ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ, ਮੁਖੀ ਜਵੱਦੀ ਟਕਸਾਲ ਲੁਧਿਆਣਾ, ਅਤੇ ਇੱਥੇ ਉਪਸਥਿਤ ਸਮੂਹ ਵਿਦਵਾਨ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਮੇਰੇ ਵੱਲੋਂ ਪੇਸ਼ ਕੀਤੇ ਜਾ ਰਹੇ ਅੱਜ ਦੇ ਪੇਪਰ ਦਾ ਵਿਸ਼ਾ ਹੈ ਗੁਰਬਾਣੀ ਸੰਗੀਤ ਦੇ ਖੇਤਰ ਵਿੱਚ ਭਾਈ ਕਾਹਨ ਸਿੰਘ ਨਾਭਾ ਦਾ ਯੋਗਦਾਨ। ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਆਪਣੇ ਸਮੇਂ ਦੀਆਂ ਸ਼੍ਰੋਮਣੀ ਸ਼ਖਸੀਅਤਾਂ ਵਿੱਚੋਂ ਪ੍ਰਮੁੱਖ ਸਨ। ਉਹਨਾਂ ਦੀਆਂ ਲਿਖਤਾਂ ਜਿੱਥੇ ਇੱਕ ਤਰਫ ਗੁਰਮਤ ਸਿੱਖ ਇਤਿਹਾਸ ਦੇ ਅਧਿਆਤਮਵਾਦ ਨਾਲ ਸੰਬੰਧਿਤ ਡੂੰਘੀ ਖੋਜ ਦਾ ਬਹੁਮੁੱਲਾ ਖਜ਼ਾਨਾ ਹਨ, ਉੱਥੇ ਦੂਸਰੀ ਤਰਫ ਇਹਨਾਂ ਲਿਖਤਾਂ ਵਿੱਚੋਂ ਕਲਾ ਅਤੇ ਸੰਗੀਤ ਦੇ ਵੀ ਕਈ ਪੱਖ ਉਜਾਗਰ ਹੁੰਦੇ ਸਾਫ਼ ਨਜ਼ਰ ਆਉਂਦੇ ਹਨ। ਆਪ ਦਾ ਜਨਮ ਉਹਨਾਂ ਦੇ ਨਾਨਕੇ ਘਰ ਬਨੇਰਾ ਖੁਰਦ ਵਿਖੇ 30 ਅਗਸਤ 1861 ਈਸਵੀ ਵਿੱਚ ਮਾਤਾ ਹਰਕੌਰ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਭਾਈ ਸਾਹਿਬ ਨੂੰ ਆਪਣੇ ਪਿਤਾ ਬਾਬਾ ਨਾਰਾਇਣ ਸਿੰਘ ਪਾਸੋਂ ਅਤੇ ਉਸ ਮੌਕੇ ਦੇ ਵੱਖ-ਵੱਖ ਦੇਸੀ ਵਿਦਵਾਨਾਂ ਪਾਸੋਂ ਨਾਭੇ ਵਿਖੇ ਤਰ੍ਹਾਂ ਦੀ ਵਿੱਦਿਆ ਹਾਸਿਲ ਕਰਨ ਦਾ ਮੌਕਾ ਮਿਲਿਆ ਅਤੇ ਮਹੰਤ ਗੱਜਾ ਸਿੰਘ ਪਾਸੋਂ ਸੰਗੀਤ ਦੀ ਸਿੱਖਿਆ ਲਈ। ਜਵਾਨੀ ਦੀ ਉਮਰੇ ਪਹੁੰਚਣ ਤੱਕ ਆਪ ਬਹੁਪੱਕੀ ਪ੍ਰਤਿਭਾ ਦੇ ਮਾਲਿਕ ਬਣ ਚੁੱਕੇ ਸਨ। ਆਪ ਨੇ ਨਾਭਾ ਅਤੇ ਪਟਿਆਲਾ ਰਿਆਸਤਾਂ ਵਿੱਚ ਕਈ ਉੱਚ ਅਹੁਦਿਆਂ 'ਤੇ ਸੇਵਾ ਨਿਭਾਈ। ਮਹਾਰਾਜਾ ਹੀਰਾ ਸਿੰਘ ਨਾਭਾ, ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ, ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਉਸ ਮੌਕੇ ਦੀਆਂ ਸਮਾਜ ਸੁਧਾਰਕ ਲਹਿਰਾਂ ਦੇ ਸਿੱਖ ਆਗੂ ਆਪ ਦੀ ਵਿਦਵਤਾ ਤੋਂ ਬੇਹੱਦ ਪ੍ਰਭਾਵਿਤ ਹੋਏ। ਇੱਕ ਲੇਖਕ ਦੇ ਤੌਰ 'ਤੇ ਭਾਈ ਸਾਹਿਬ ਦਾ ਆਗਮਨ 19ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਰਾਜ ਧਰਮ ਪੁਸਤਕ ਦੀ ਰਚਨਾ ਨਾਲ 1884 ਈਸਵੀ 'ਚ ਹੋਇਆ। ਇਸੇ ਦੌਰ 'ਚ ਟੀਕਾ ਜੈਮਨੀ ਅਸ਼ਵਮੇਧ ਅਤੇ ਨਾਟਕ ਭਾਵਾਰਥ ਦੀਪਿਕਾ ਵਰਗੇ ਵੱਡਮੁੱਲੇ ਗ੍ਰੰਥਾਂ ਦੀ ਰਚਨਾ ਕੀਤੀ, ਜਿਨ੍ਹਾਂ ਦਾ ਜ਼ਿਆਦਾਤਰ ਸੰਬੰਧ ਸਨਾਤਨੀ ਵਿਚਾਰਧਾਰਾ ਨਾਲ ਹੈ। ਦੂਜੇ ਦੌਰ 'ਚ ਹਮ ਹਿੰਦੂ ਨਹੀਂ, ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ, ਗੁਰਗਿਰਾਂ ਕਸੋਟੀ ਤੇ ਸਦਕਾ ਪ੍ਰਮਾਦ ਵਰਗੀਆਂ ਪੁਸਤਕਾਂ ਦੀ ਰਚਨਾ ਕਰਕੇ ਆਪ ਸਿੱਖ ਧਰਮ ਦੇ ਮਹਾਨ ਵਿਆਖਿਆਕਾਰ ਤੇ ਧਰਮ ਸ਼ਾਸਤਰੀ ਵਜੋਂ ਸਾਹਮਣੇ ਆਏ। ਆਪਣੇ ਦੂਜੇ ਦੌਰ ਦੇ ਗ੍ਰੰਥਾਂ ਅਤੇ ਫਿਰ ਉਹਨਾਂ ਦੇ ਜੀਵਨ ਭਰ ਦੀ ਤਪੱਸਿਆ ਦਾ ਫਲ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਵਿੱਚ ਭਾਈ ਸਾਹਿਬ ਨੇ ਹੋਰਨਾਂ ਅਨੇਕ ਵਿਸ਼ਿਆਂ ਤੋਂ ਇਲਾਵਾ ਗੁਰਮਤ ਸੰਗੀਤ ਅਤੇ ਭਾਰਤੀ ਸੰਗੀਤ ਬਾਰੇ ਅਜਿਹੀ ਜਾਣਕਾਰੀ ਪੇਸ਼ ਕੀਤੀ ਜੋ ਕਿ ਅਕਾਦਮੀ ਪੱਖੋਂ ਸੰਗੀਤ ਦੀ ਖੋਜ ਲਈ ਅੱਜ ਵੀ ਬੇਹੱਦ ਪ੍ਰਮਾਣਿਕ ਹੈ। ਪੰਜਾਬ ਦੀ ਸੰਗੀਤ ਪਰੰਪਰਾ ਦੀ ਇੱਕ ਵਿਸ਼ਾਲ ਪਿੱਠਭੂਮੀ ਹੈ, ਜਿਸ ਵਿੱਚ ਪੰਜਾਬੀ ਸ਼ਾਸਤਰੀ ਸੰਗੀਤ ਦੀ ਗਾਇਨ ਅਤੇ ਵਾਦਨ ਪਰੰਪਰਾ, ਪੰਜਾਬੀ ਲੋਕ ਸੰਗੀਤ ਪਰੰਪਰਾ, ਪੰਜਾਬੀ ਸੂਫੀ ਸੰਗੀਤ ਪਰੰਪਰਾ ਅਤੇ ਗੁਰਮਤ ਸੰਗੀਤ ਪਰੰਪਰਾ ਆਦਿ ਸ਼ਾਮਿਲ ਹਨ। ਪੰਜਾਬ ਦੀ ਇਸੇ ਧਰਤੀ 'ਤੇ ਰਿਸ਼ੀ ਮੁਨੀਆਂ ਦੇ ਮਿਲਵੇਂ ਯਤਨਾਂ ਨਾਲ ਵੇਦਾਂ ਦੀ ਰਚਨਾ ਹੋਈ। 5 ਦਰਿਆਵਾਂ ਦੀ ਇਸ ਭਾਗਾਂ ਭਰੀ ਧਰਤੀ 'ਤੇ ਜਦ 15ਵੀਂ ਸਦੀ 'ਚ ਸਿੱਖ ਧਰਮ ਦੇ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਅਤੇ ਪਰਮ ਸਤ ਨਾਲ ਜੁੜ ਕੇ ਜਦ ਗੁਰੂ ਸਾਹਿਬਾਨ ਨੂੰ ਪਰਮੇਸ਼ਰ ਦੀ ਅਭੇਦਤਾ ਦਾ ਅਹਿਸਾਸ ਹੋਇਆ ਤਾਂ ਰੱਬੀਕ੍ਰਿਤ ਗੁਰਬਾਣੀ ਦੀ ਸਿਰਜਣਾ ਹੋਈ। ਗੁਰਬਾਣੀ ਵਿਚਲੇ ਰੂਹਾਨੀ ਅਤੇ ਕਲਿਆਣਕਾਰੀ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਲਈ ਗੁਰੂ ਸਾਹਿਬ ਨੇ ਸੰਗੀਤ ਨੂੰ ਈਸ਼ਵਰ ਭਗਤੀ ਦਾ ਮਾਧਿਅਮ ਬਣਾਇਆ ਅਤੇ ਆਪਣੇ ਸਾਥੀ ਮਰਦਾਨਾ ਨਾਲ ਮਿਲ ਕੇ ਗੁਰਬਾਣੀ ਸੰਗੀਤ ਦੀ ਨੀਂਹ ਰੱਖੀ। ਇੱਕ ਅਜਿਹਾ ਸੰਗੀਤ ਜਿਸ ਲਈ ਗੁਰੂ ਸਾਹਿਬਾਨ ਨੇ ਕੀਰਤਨ ਸ਼ਬਦ ਦੀ ਵਰਤੋਂ ਕੀਤੀ ਹੈ। ਪ੍ਰਭੂ ਉਸਤਤੀ ਵਾਲੇ ਇਸ ਗਾਇਨ ਨੂੰ ਕਲਯੁਗ ਮੇਂ ਕੀਰਤਨ ਪ੍ਰਧਾਨਾ ਮੰਨ ਕੇ ਸਿੱਖ ਧਰਮ ਵਿੱਚ ਬਹੁਤ ਉੱਚਾ ਸਥਾਨ ਦਿੱਤਾ ਗਿਆ ਹੈ। ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਨਾਭਾ ਦੱਸਦੇ ਹਨ ਕਿ ਗੁਰਮਤ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਮ ਕੀਰਤਨ ਹੈ। ਭਾਈ ਸਾਹਿਬ ਨੇ ਮਹਾਨ ਕੋਸ਼ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ 31 ਮੁੱਖ ਰਾਗਾਂ, ਸ਼੍ਰੀ ਰਾਗ ਤੋਂ ਲੈ ਕੇ ਜੈ ਜੈਵੰਤੀ ਤੱਕ ਆਦਿ ਰਾਗਾਂ ਦੇ ਨਾਦਾਤਮਕ ਸਰੂਪ ਅਤੇ ਕੁਝ ਉਪ ਰਾਗਾਂ ਦੇ ਨਾਦਾਤਮਕ ਸਰੂਪ ਬੜੇ ਹੀ ਸੁੰਦਰ ਢੰਗ ਨਾਲ ਵਰਣਿਤ ਕੀਤੇ ਹਨ। ਇਸ ਦੇ ਨਾਲ ਹੀ ਗੁਰਬਾਣੀ ਵਿੱਚ ਆਏ ਸੰਗੀਤ ਸੰਕੇਤਾਂ, ਰਹਾਉ, ਘਰ, ਜਤ, ਸੁਤੰਗ ਆਦਿ ਦਾ ਮਹੱਤਵ ਵੀ ਬੜੇ ਹੀ ਕਲਾਮਈ ਢੰਗ ਨਾਲ ਉਜਾਗਰ ਕੀਤਾ ਹੈ। ਜਿਵੇਂ ਕਿ ਗੁਰਬਾਣੀ ਵਿਚਲੇ ਰਹਾਉ ਸ਼ਬਦ ਬਾਰੇ ਭਾਈ ਸਾਹਿਬ ਦੱਸਦੇ ਹਨ ਕਿ ਰਹਾਉ ਤੋਂ ਭਾਵ ਹੈ ਟੇਕ, ਸਥਾਈ ਜਾਂ ਉਹ ਪਦ ਜੋ ਗਾਉਣ ਵੇਲੇ ਅੰਤਰੇ ਪਿੱਛੋਂ ਵਾਰ-ਵਾਰ ਵਰਤਿਆ ਜਾਵੇ। ਇਸੇ ਤਰ੍ਹਾਂ ਗੁਰਮਤ ਸੰਗੀਤ ਵਿਚਲੇ ਘਰ ਸ਼ਬਦ ਦੀ ਵਿਆਖਿਆ ਕਰਦਿਆਂ ਭਾਈ ਸਾਹਿਬ ਦੱਸਦੇ ਹਨ ਕਿ ਗੁਰਮਤ ਸੰਗੀਤ ਅਨੁਸਾਰ ਘਰ ਦੇ 2 ਅਰਥ ਹਨ, ਇੱਕ ਤਾਲ, ਦੂਜਾ ਸਵਰ ਅਤੇ ਮੂਰਛਨਾ ਭੇਦ ਕਰਕੇ ਇੱਕ ਹੀ ਰਾਗ ਦੇ ਸਰਗਮ ਪ੍ਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1 ਤੋਂ ਲੈ ਕੇ 17 ਤੱਕ ਲਿਖੇ ਘਰ ਸ਼ਬਦ ਤੋਂ ਭਾਵ ਇਹ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਇਸ ਨੰਬਰ ਦੇ ਸਵਰ ਪ੍ਰਸਾਰ ਅਨੁਸਾਰ ਗਾਓ। ਨਾਲ ਹੀ ਇਸੇ ਥਾਂ ਫੁੱਟ ਨੋਟ ਵਿੱਚ ਸੂਚਨਾ ਹੈ ਕਿ ਦੁੱਖ ਦੀ ਗੱਲ ਹੈ ਕਿ ਗੁਰੂ ਸਾਹਿਬਾਨਾਂ ਵੱਲੋਂ ਦੱਸੇ ਰਾਗਾਂ ਦੇ ਘਰ ਜਾਂ ਸਵਰ ਪ੍ਰਸਾਰ ਹੁਣ ਰਾਗੀ ਸਿੰਘ ਭੁੱਲਦੇ ਜਾ ਰਹੇ ਹਨ। ਇਸੇ ਤਰ੍ਹਾਂ ਗੁਰਬਾਣੀ ਵਿਚਲੇ ਸ਼ਬਦ ਜਤ ਬਾਰੇ ਡਾਕਟਰ ਚਰਨ ਸਿੰਘ ਦੇ ਹਵਾਲੇ ਨਾਲ ਭਾਈ ਸਾਹਿਬ ਦੱਸਦੇ ਹਨ ਕਿ ਜਤ, ਗਤ ਤੇ ਸਾਤ ਦਾ ਸੰਬੰਧ ਤਾਲ ਨਾਲ ਹੈ।
ਇਹ ਤਿੰਨੇ ਜੋੜੀ ਦੇ ਕਰਤੱਵ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ 22 ਵਾਰਾਂ ਵਿੱਚੋਂ 9 ਵਾਰਾਂ ਉੱਤੇ ਵੱਖ-ਵੱਖ ਧੁਨੀ ਸਿਰਲੇਖ ਅੰਕਿਤ ਕੀਤੇ ਮਿਲਦੇ ਹਨ, ਜਿਨ੍ਹਾਂ ਦਾ ਸੰਬੰਧ ਵਾਰਾਂ ਗਾਇਨ ਦੀ ਤਰਜ਼ ਨਾਲ ਹੈ। ਜਿਵੇਂ ਕਿ ਆਸਾ ਦੀ ਵਾਰ ਦੇ ਆਰੰਭ 'ਚ ਸਿਰਲੇਖ ਹੈ ਟੁੰਡੇ ਅਸਰਾਜੇ ਕੀ ਧੁਨੀ। ਇਹਨਾਂ ਵਾਰਾਂ ਦੀਆਂ ਧੁਨਾਂ ਬਾਰੇ ਉਸ ਮੌਕੇ ਪ੍ਰਚਲਿਤ ਸ਼ੰਕੇ ਦੀ ਨਿਵਰਤੀ ਲਈ ਦੱਸਿਆ ਹੈ ਕਿ ਗੁਰੂ ਅਰਜਨ ਦੇਵ ਜੀ ਨੇ 9 ਵਾਰਾਂ ਅਜਿਹੀਆਂ ਚੁਣੀਆਂ ਜਿਨ੍ਹਾਂ ਦੀ ਧਾਰਨਾ ਧੁਨੀ ਜਾਂ ਤਰਜ਼ ਪੁਰਾਣੇ ਯੋਧਿਆਂ ਅਸਰਾਜ, ਸਿਕੰਦਰ, ਮਹਿਮਾ ਹਸਨਾ ਆਦਿ ਦੀਆਂ ਵਾਰਾਂ ਅਨੁਸਾਰ ਰਬਾਬੀਆਂ ਨੂੰ ਰਾਗੀਆਂ ਨੂੰ ਦੱਸੀ। ਸ਼ੰਕਾ ਨਿਵਰਤੀ ਲਈ ਭਾਈ ਸਾਹਿਬ ਦੱਸਦੇ ਹਨ ਕਿ ਬਹੁਤ ਸਾਰੇ ਲੇਖਕਾਂ ਨੇ ਲਿਖਿਆ ਹੈ ਕਿ ਧੁਨੀਆਂ 6ਵੇਂ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਚੜਾਈਆਂ ਹਨ, ਪਰ ਇਹ ਅਸੱਤਯ ਹੈ। ਗੁਰਮਤਿ ਸੰਗੀਤ ਵਿੱਚ ਸ਼ਾਸਤਰੀ ਗਾਇਨ ਅੰਗ ਦੇ ਅੰਤਰਗਤ ਆਉਣ ਵਾਲੀਆਂ ਰਚਨਾਵਾਂ ਅਸ਼ਟਪਦੀ, ਪੜਤਾਲ ਆਦਿ ਅਤੇ ਲੋਕ ਸੰਗੀਤ ਅੰਗ ਨਾਲ ਗਾਏ ਜਾਣ ਵਾਲੇ ਕਾਵਿ ਰੂਪ ਸੋਹਿਲਾ, ਪੌੜੀ, 12 ਮਾਹਾਂ, ਘੋੜੀਆਂ, ਅਲਾਉਣੀ, ਆਰਤੀ ਆਦਿ ਨਾਲ ਸੰਬੰਧਿਤ ਬਹੁਪੱਖੀ ਜਾਣਕਾਰੀ ਭਾਈ ਸਾਹਿਬ ਨੇ ਮਹਾਨ ਕੋਸ਼ ਵਿੱਚ ਬੜੇ ਹੀ ਵਿਸਤਾਰ ਸਹਿਤ ਦਰਜ ਕੀਤੀ ਹੈ, ਜਿਸ ਦਾ ਗੁਰਮਤਿ ਸੰਗੀਤ ਨਾਲ ਬੜਾ ਹੀ ਗਹਿਰਾ ਸੰਬੰਧ ਹੈ। ਗੁਰਮਤਿ ਸੰਗੀਤ ਵਿੱਚ ਵਰਤੇ ਜਾਂਦੇ ਸਾਜ਼ਾਂ ਸਿਤਾਰ, ਦੋਤਾਰਾ, ਤਾਉਸ, ਤਾਨਪੁਰਾ, ਰਬਾਬ, ਜੋੜੀ ਆਦਿ ਪਾਰੰਪਰਿਕ ਸਾਜ਼ਾਂ ਦੀ ਵੀ ਤਸਵੀਰਾਂ ਦੇ ਵਿਵਰਣ ਸਮੇਤ ਬੇਹੱਦ ਰੋਚਕ ਜਾਣਕਾਰੀ ਪੇਸ਼ ਕੀਤੀ ਹੈ। ਗੁਰਮਤਿ ਸਿਧਾਂਤਾਂ ਬਾਰੇ ਜਾਣਕਾਰੀ ਲਈ ਰਚਿਤ ਭਾਈ ਸਾਹਿਬ ਦੀਆਂ ਪੁਸਤਕਾਂ ਗੁਰਮਤਿ ਸੁਧਾਕਰ, ਗੁਰਮਤਿ ਪ੍ਰਭਾਕਰ ਤੇ ਗੁਰਮਤਿ ਮਾਰਤੰਡ ਵਿੱਚ ਗੁਰਬਾਣੀ ਕੀਰਤਨ ਦੀ ਪਰੰਪਰਾ ਤੇ ਕੀਰਤਨ ਦੀਆਂ 4 ਚੌਂਕੀਆਂ ਬਾਰੇ ਅਜਿਹੀ ਦੁਰਲੱਭ ਜਾਣਕਾਰੀ ਉਪਲਬਧ ਹੈ, ਜਿਸ ਦਾ ਇਤਿਹਾਸਿਕ ਮਹੱਤਵ ਹੈ। ਇਸ ਦੇ ਨਾਲ ਹੀ ਇਹਨਾਂ ਪੁਸਤਕਾਂ ਵਿੱਚੋਂ ਪੁਰਾਤਨ ਕੀਰਤਨੀਏ ਭਾਈ ਮਰਦਾਨਾ, ਭਾਈ ਸੱਤਾ ਬਲਵੰਡ, ਭਾਈ ਲੱਦਾ, ਝਾਜੂ, ਮੁਕੰਦੂ, ਕੇਦਾਰਾ, ਭਾਈ ਗੁਰਮੁਖ ਸਿੰਘ, ਭਾਈ ਅਤਰਾ, ਭਾਈ ਦਿੱਤੂ, ਭਾਈ ਨੱਥਾ, ਭਾਈ ਬਾਬਕ ਅਤੇ ਭਾਈ ਸੱਧੂ ਮਧੂ ਆਦਿ ਗੁਰੂ ਸਾਹਿਬਾਨ ਦੇ ਦਰਬਾਰੀ ਕੀਰਤਨੀਆਂ ਬਾਰੇ ਬਹੁਪੱਕੀ ਜਾਣਕਾਰੀ ਉਪਲਬਧ ਹੈ। ਕੁਝ ਨਿਬੰਧਾਂ ਤੇ ਹੋਰ ਲਿਖਤਾਂ ਵਿੱਚ ਭਾਈ ਸਾਹਿਬ ਨੇ ਕੀਰਤਨ ਦੀ ਪੁਰਾਤਨ ਮਰਿਆਦਾ ਕਾਇਮ ਰੱਖਣ ਲਈ ਬੜੇ ਹੀ ਕੀਮਤੀ ਸੁਝਾਅ ਪੇਸ਼ ਕੀਤੇ ਹਨ। ਇਸ ਸੰਬੰਧ ਵਿੱਚ ਭਾਈ ਸਾਹਿਬ ਦਾ ਲਿਖਿਆ ਬੀਰ ਸਰਹੱਦੀ ਦੇ ਨਵੰਬਰ 1934 ਈਸਵੀ ਦੇ ਅੰਕ 'ਚ ਕੀਰਤਨ ਸਿਰਲੇਖ ਨਾਲ ਛਪਿਆ ਨਿਬੰਧ ਵਿਸ਼ੇਸ਼ ਵਿਚਾਰਨਯੋਗ ਹੈ। ਇਸ ਨਿਬੰਧ ਤੇ ਕੁਝ ਹੋਰ ਰਚਨਾਵਾਂ 'ਚ ਭਾਈ ਸਾਹਿਬ ਖਾਸ ਜ਼ੋਰ ਦੇ ਕੇ ਦੱਸਦੇ ਹਨ ਕਿ ਰਾਗੀ ਸਿੰਘਾਂ ਨੂੰ ਗੁਰਬਾਣੀ ਦੀ ਸ਼ੁੱਧਤਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕੀਰਤਨ 'ਚ ਜ਼ਰੂਰਤ ਅਨੁਸਾਰ ਢੁਕਵੇਂ ਪ੍ਰਵਾਨ ਦਿੱਤੇ ਜਾਣ ਅਤੇ ਸਾਜ਼ਾਂ ਦੀ ਆਵਾਜ਼ ਕੀਰਤਨੀਏ ਦੀ ਆਵਾਜ਼ ਉੱਪਰ ਭਾਰੂ ਨਹੀਂ ਹੋਣੀ ਚਾਹੀਦੀ। ਗੁਰਮਤਿ ਸੰਗੀਤ ਦੀ ਵਿਆਖਿਆ ਕਰਦਿਆਂ ਭਾਈ ਸਾਹਿਬ ਨੇ ਕਿਤੇ ਵੀ ਭਾਰਤੀ ਸੰਗੀਤ ਦੀ ਪਰੰਪਰਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ, ਪਰੰਤੂ ਨਾਲ ਹੀ ਕਿਤੇ ਵੀ ਅੰਧ-ਵਿਸ਼ਵਾਸੀ ਭਾਵਨਾ ਨੂੰ ਭਾਰੀ ਨਹੀਂ ਹੋਣ ਦਿੱਤਾ। ਭਾਈ ਸਾਹਿਬ ਦੇ ਅਜੇ ਮੁੱਢਲੇ ਯਤਨਾਂ ਦਾ ਹੀ ਸਿੱਟਾ ਹੈ ਕਿ ਅੱਜ ਅਕਾਦਮਿਕ ਖੇਤਰ ਵਿੱਚ ਵੀ ਗੁਰਮਤਿ ਸੰਗੀਤ ਨੂੰ ਸਨਮਾਨਯੋਗ ਸਥਾਨ ਹਾਸਿਲ ਹੈ। ਇਹਨਾਂ ਹੀ ਸ਼ਬਦਾਂ ਨਾਲ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ।